ਜੇ ਗੱਲ ਕਰੀਏ ਕਿ ਗੰਜਾਪਨ ਜਿਹੜਾ ਆ ਅੱਜ ਕੱਲ੍ਹ ਜਿਹੜੀ ਜ਼ਿਆਦਾ ਸਮੱਸਿਆ ਜੈਂਟਸ ਵਿੱਚ ਪਾਈ ਜਾਂਦੀ ਆ ਤਾਂ ਉਹਦਾ ਕੀ ਸੋਲੂਸ਼ਨ ਹੈ? ਉਹ ਵੀ ਪਰਮਾਨੈਂਟ, ਕਿ ਉਹਨਾਂ ਨੂੰ ਬਾਰ-ਬਾਰ ਕੋਈ ਤਕਲੀਫ ਨਾ ਹੋਵੇ, ਕੋਈ ਪ੍ਰੋਬਲਮ ਨਾ ਹੋਵੇ। ਅਗਰ ਤੇ ਬਾਲ ਪੂਰੀ ਗੰਜ ਹੋ ਗਈ ਹੈ ਤੇ ਹੇਅਰ ਟ੍ਰਾਂਸਪਲਾਂਟ ਬੈਸਟ ਸੋਲੂਸ਼ਨ ਹੈਗਾ। ਕਿਉਂ? ਇਹਦੇ 'ਚ ਉਹਨਾਂ ਦੇ ਆਪਣੇ ਹੀ ਬਾਲ, ਕਿੱਥੋਂ ਬਾਹਰੋਂ ਬਾਲ ਨਹੀਂ ਲੈਣੇ ਪੈਂਦੇ, ਆਪਣੇ ਹੀ ਬਾਲ ਲੈ ਕੇ ਉਹਨਾਂ ਨੂੰ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਪਰ ਕਿਸੇ ਦੇ ਹੁੰਦੇ ਥੱਲੇ ਤੱਕ ਪਿਛਲੇ ਆਪਣੇ ਗੰਜ ਹੋਈ ਹੁੰਦੀ ਹੈਗੀ, ਉਹਨਾਂ ਨੂੰ 2 ਸਿਟਿੰਗਸ ਲੱਗ ਜਾਂਦੀਆਂ। ਪਰ ਅੱਜ ਕੱਲ੍ਹ ਪ੍ਰਵਿਧੀਆਂ ਇੱਦਾਂ ਦੀਆਂ ਆ ਗਈਆਂ, ਲੇਟੈਸਟ ਟੈਕਨੀਕ ਇੱਦਾਂ ਦੀ ਆ ਗਈ ਹੈਗੀ ਹੈ ਕਿ ਜਨਰਲੀ ਇੱਕ ਸਿਟਿੰਗ ਵਿੱਚ 4-5 ਘੰਟੇ ਦੀ ਸਿਟਿੰਗ ਵਿੱਚ ਅਸੀਂ ਇਹ ਕੰਮ ਫਿਨਿਸ਼ ਕਰ ਦਈਦਾ ਹੈ। ਅੱਜ ਕੱਲ੍ਹ ਸੇਫ ਹੋ ਗਿਆ ਪ੍ਰੋਸੀਜਰ। ਅਸੀਂ ਪ੍ਰੀ ਮੈਡੀਕੇਸ਼ਨ ਕਰ ਦੇਈਦੀ ਹੈ ਕਿ ਪ੍ਰੀ ਮੈਡੀਕੇਸ਼ਨ ਮਤਲਬ ਪਹਿਲਾਂ ਇੰਜੈਕਸ਼ਨ ਵਗੈਰਾ ਦੇ ਦੇਈਦਾ ਪੇਨ ਦਾ। ਉਹ ਨਾਲ ਪੇਨ ਕਾਫੀ ਮਾਤਰਾ 'ਚ 90% ਘੱਟ ਜਾਂਦੀ ਹੈਗੀ ਹੈ। ਹਾਂ, ਥੋੜ੍ਹੀ ਜਿਹੀ ਫੀਲਿੰਗ ਜ਼ਰੂਰ ਹੁੰਦੀ ਹੈ ਵੀ ਕੋਈ ਪ੍ਰੋਸੀਜਰ ਹੋ ਰਿਹਾ ਹੈਗਾ। ਨਾਲ ਹੀ 2-3 ਟੈਬਲੇਟਸ ਹੈਗੀਆਂ ਜਿਹੜੀਆਂ ਖਾਣੀ ਪੈਂਦੀ। ਟੈਬਲੇਟ ਇੱਕ ਹੀ ਤਰ੍ਹਾਂ ਦੀ ਹੁੰਦੀ, ਜਨਰਲੀ ਇਹ ਐਂਟੀਆਕਸੀਡੈਂਟਸ ਹੈ ਔਰ ਨਿਊਟਰਾਸੂਟੀਕਲਸ ਨੇ ਜਿਹੜੇ ਬਾਲਾਂ ਨੂੰ ਉਗਣ 'ਚ ਜਲਦੀ ਉਗਣ 'ਚ ਹੈਲਪ ਕਰਦੇ ਨੇ। ਸਾਡਾ ਖਾਣ ਪਾਣ ਦਾ ਤਰੀਕਾ ਇੱਦਾਂ ਦਾ ਹੈਗਾ ਕਿ ਬਾਲ ਨੈਚੁਰਲ ਹੋ ਗਏ ਆ ਝੜਨੇ। ਫਿਰ ਅਸੀਂ ਕਾਸਮੈਟਿਕਸ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਗਏ ਹਾਂ, ਉਹਦੇ ਕਾਰਨ ਇਹ ਪ੍ਰੋਬਲਮ ਹੋ ਗਈ ਹੈ। ਐਂਟੀਆਕਸੀਡੈਂਟਸ, ਟੈਬਲੇਟਸ, ਕੈਪਸੂਲਸ ਵਗੈਰਾ ਇੱਦਾਂ ਦੇ ਆਉਂਦੇ ਨੇ। ਅਗਰ ਹਲਕਾ ਜਿਹਾ ਹਲੇ ਝੜਨਾ ਸ਼ੁਰੂ ਹੋਇਆ ਹੈ ਜਾਂ ਸਟਾਰਟਿੰਗ ਪ੍ਰੋਸੈਸ ਹੈ ਤੇ ਇਹਨਾਂ ਨਾਲ ਯੂਜ਼ ਕਰਕੇ ਜਿਹੜਾ ਹੈਗਾ ਤਾਕਤ ਵਾਲਾਂ ਨੂੰ ਦਿੱਤੀ ਜਾਂਦੀ ਹੈ, ਜਿਹਦੇ ਕਰਕੇ ਝੜਨਾ ਬੰਦ ਹੋ ਜਾਂਦੇ ਨੇ। ਇੱਦਾਂ ਹੁੰਦਾ ਅਣਚਾਹੇ ਵਾਲਾਂ ਲਈ ਪਹਿਲਾਂ ਤੇ ਅਸੀਂ ਲੇਡੀਜ਼ ਦੇ ਹਾਰਮੋਨ ਦੇ ਟੈਸਟ ਕਰੀਦੇ, ਕਿਉਂਕਿ ਅਣਚਾਹੇ ਵਾਲ ਆਉਂਦੇ ਕਿੱਥੋਂ ਆ। ਸਿਰਫ ਵਾਲ ਕੱਢ ਦਿਆਂਗੇ ਤੇ ਉਹਦੇ ਨਾਲ ਟ੍ਰੀਟਮੈਂਟ ਨਹੀਂ ਹੋਣੀ ਹੈਗੀ। ਟਰਬਲਡ ਸਮੇਂ ਵਿੱਚ ਕਰੋਨਾ ਦੇ ਟਾਈਮ 'ਤੇ ਆਪਣਾ ਖਾਣ ਪਾਣ 'ਤੇ ਧਿਆਨ ਰੱਖਣ ਔਰ ਸੇਫ ਰਹਿਣ। ਔਰ ਜਿਹੜੀਆਂ ਚੀਜ਼ਾਂ ਤੁਹਾਡੀ ਤਵੱਜਾ ਨੂੰ, ਤੁਹਾਡੇ ਬਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਫਾਸਟ ਫੂਡਸ ਹੋ ਗਏ ਜਾਂ ਪਰਿਆਵਰਨ ਦੀ, ਉਹਨਾਂ ਤੋਂ ਆਪਣੇ ਆਪ ਨੂੰ ਸੇਫ ਰੱਖ ਕੇ ਚੱਲੋ, ਇਹ ਪ੍ਰੋਬਲਮ ਹੀ ਨਹੀਂ ਆਏਗੀ। ਪਰ ਅਗਰ ਪ੍ਰੋਬਲਮ ਆਏਗੀ ਤਾਂ ਅਸੀਂ ਹੈਗੇ ਹਾਂ ਇੱਥੇ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੂਪ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਹਰ ਵਾਰ ਤੁਹਾਡੇ ਕਾਫੀ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਪੇਸ਼ ਆ ਰਹੀਆਂ ਹੈ ਉਹਨਾਂ ਦੇ ਸੋਲੂਸ਼ਨ ਦੇ ਲਈ ਤੁਹਾਡੇ ਰੂਬਰੂ ਹੁੰਦੀ ਹਾਂ। ਸੋ ਅੱਜ ਵੀ ਮੈਂ ਇਦਾਂ ਦੀ ਹੀ 2 ਪ੍ਰੋਬਲਮਸ ਨੇ ਕਾਫੀ ਲੋਕਾਂ ਦੇ ਵਿੱਚ ਇਸ ਟਾਈਮ, ਉਹ ਕਹਿ ਲਓ ਕਿ ਇੰਨੀ ਜ਼ਿਆਦਾ ਵੱਡੀਆਂ ਨੇ ਪ੍ਰੋਬਲਮਸ ਕਿ ਉਹਨਾਂ ਦਾ ਸੋਲੂਸ਼ਨ ਜਿਹੜਾ ਹੈ ਉਹ ਲੋਕਾਂ ਨੂੰ ਨਹੀਂ ਮਿਲ ਰਿਹਾ। ਸੋ ਜੇ ਗੱਲ ਕਰਾਂ ਉਹ ਪ੍ਰੋਬਲਮਸ ਦੀ, ਤਾਂ ਉਹ ਪ੍ਰੋਬਲਮਸ ਹਨ, ਇੱਕ ਤਾਂ ਜਿਹੜਾ ਸਮੇਂ ਤੋਂ ਪਹਿਲਾਂ ਵਾਲ ਝੜ ਜਾਂਦੇ ਆ, ਗੰਜਾਪਨ ਆ ਜਾਂਦਾ ਆ, ਜ਼ਿਆਦਾਤਰ ਜੈਂਟਸ ਨੂੰ ਜਿਹੜੀ ਆ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਆ। ਤੇ ਦੂਸਰੀ ਜੇ ਗੱਲ ਕਰੀਏ ਅਣਚਾਹੇ ਵਾਲ ਆ, ਜੋ ਲੇਡੀਜ਼ ਨੂੰ ਜਿਹੜੀ ਆ ਫੇਸ ਕਰਨੀ ਪੈ ਰਹੀ ਆ ਪ੍ਰੋਬਲਮ ਬਹੁਤ ਜ਼ਿਆਦਾ। ਤੇ ਪਰ ਜ਼ਿਆਦਾਤਰ ਉਹ ਕੀ ਕਰਦੇ ਨੇ ਕਿ ਇਹੀ ਸੋਚਦੇ ਰਹਿੰਦੇ ਨੇ ਕਿ ਇਹਨਾਂ ਦਾ ਸੋਲੂਸ਼ਨ ਆਖਿਰ ਕੋਈ ਹੈ, ਅਗਰ ਹੈ ਤਾਂ ਕੋਈ ਪਰਮਾਨੈਂਟ ਹੈ, ਜੇ ਪਰਮਾਨੈਂਟ ਹੈ ਤਾਂ ਆਖਿਰ ਹੈ ਕਿੱਥੇ ਅਸੀਂ ਜਾ ਕੇ ਆਪਣਾ ਜਿਹੜਾ ਆ ਇਹ ਟ੍ਰੀਟਮੈਂਟ ਕਰਵਾ ਸਕਦੇ ਹਾਂ ਤੇ ਇਸ ਚੀਜ਼ ਤੋਂ, ਇਸ ਪ੍ਰੋਬਲਮ ਤੋਂ ਜਿਹੜਾ ਹੈ ਛੁਟਕਾਰਾ ਪਾ ਸਕਦੇ ਹਾਂ। ਸੋ ਜੇ ਗੱਲ ਕਰਾਂ ਕਿ ਇਸ ਪ੍ਰੋਬਲਮ ਦਾ ਹੱਲ ਜਿਹੜਾ ਆ ਤੁਹਾਨੂੰ ਕਿੱਥੇ ਮਿਲੇਗਾ, ਉਹ ਮਿਲੇਗਾ ਜੀ ਦੁਆਬਾ ਦੇ ਮਸ਼ਹੂਰ ਹਸਪੀਟਲ ਜਸਵੀਰ ਵਿਖੇ, ਜਿੱਥੇ ਕਿ ਡਾਕਟਰ ਓਸ ਜਿਹੜੇ ਨੇ ਉਹ ਬੜੀ ਹੀ ਬੈਸਟ ਜਿਹੜੀ ਟ੍ਰੀਟਮੈਂਟ ਕਰਦੇ ਨੇ, ਜਿਹਦੇ ਬਾਅਦ ਵਿੱਚ ਜਿਹੜੇ ਆ ਲੋਕ ਨੇ ਜਿਹੜੀਆਂ ਇਸ ਸਮੱਸਿਆ ਨੂੰ ਫੇਸ ਕਰ ਰਹੇ ਆ, ਉਹਨਾਂ ਦੀ ਸਮੱਸਿਆ ਜਿਹੜੀ ਆ ਹਮੇਸ਼ਾ ਲਈ ਜਿਹੜੀ ਉਹ ਤੋਂ ਛੁਟਕਾਰਾ ਪਾ ਲੈਂਦੇ ਆ। ਸੋ ਜੇ ਕੀ ਪ੍ਰੋਬਲਮ ਜਿਹੜੀਆਂ ਆ, ਵਾਲ ਆਖਰ ਝੜਦੇ ਕਿਉਂ ਆ, ਇਹਨਾਂ ਦਾ ਸੋਲੂਸ਼ਨ ਕੀ ਆ, ਅਣਚਾਹੇ ਵਾਲ ਆਉਂਦੇ ਕਿਉਂ ਆ, ਇਹਨਾਂ ਦਾ ਕੀ ਸੋਲੂਸ਼ਨ ਆ, ਇਹ ਬਹੁਤ ਸਾਰੇ ਸਵਾਲ ਆ ਜਿਹੜੇ ਅਸੀਂ ਡਾਕਟਰ ਓਸ ਜੀ ਨਾਲ ਕਰਾਂਗੇ। ਤੇ ਜ਼ਿਆਦਾ ਸਮਾਂ ਨਹੀਂ ਲੈਂਦੀ, ਆਪਾਂ ਅੰਦਰ ਜਾ ਕੇ ਡਾਕਟਰ ਜੀ ਨਾਲ ਗੱਲਬਾਤ ਕਰਦੇ ਆ ਤੇ ਜਿਹੜੇ ਸਵਾਲ ਆ ਉਹ ਮੈਂ ਆਪਣੇ ਥਰੂ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂਗੀ ਤੇ ਤੁਹਾਨੂੰ ਉਹਨਾਂ ਦੇ ਜਿਹੜੇ ਆਨਸਰਸ ਆ ਉਹ ਮਿਲ ਜਾਣਗੇ। ਤੇ ਆਓ ਅਸੀਂ ਅੰਦਰ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਡਾਕਟਰ ਜੀ ਨਾਲ। ਜਿਵੇਂ ਕਿ ਤੁਹਾਨੂੰ ਪਤਾ ਆ, ਸੋ ਅੱਜ ਵੀ ਮੈਂ ਤੁਹਾਡੀ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹਦਾ ਹੱਲ ਲੈ ਕੇ ਤੁਹਾਡੇ ਰੂਬਰੂ ਹੋਈ ਹਾਂ। ਕੀ ਸਮੱਸਿਆ ਆ? ਉਹ ਸਮੱਸਿਆ ਹੈਗੀ ਆ ਜੀ, ਪਹਿਲਾਂ ਤਾਂ ਤੁਹਾਨੂੰ ਦੱਸਦੇ ਹਾਂ, ਜਿਹੜੇ ਵਾਲ ਝੜਦੇ ਆ ਖਾਸ ਤੌਰ ਤੇ ਜੈਂਟਸ ਵਿੱਚ ਇਹ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਜਿਹੜੀ ਪਾਈ ਜਾਂਦੀ ਆ। ਤੇ ਦੂਸਰਾ ਹੈਗਾ ਅਣਚਾਹੇ ਵਾਲ। ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆ ਇਹ ਲੇਡੀਜ਼ ਜਿਹੜੀ ਇਹ ਫੇਸ ਕਰ ਰਹੀਆਂ ਆ, ਪਰ ਨਾਲ ਹੀ ਉਹ ਇਹ ਵੀ ਸੋਚਦੇ ਆ ਕਿ ਆਖਿਰ ਇਹਨਾਂ ਦਾ ਕੋਈ ਸੋਲੂਸ਼ਨ ਹੈ, ਜੇ ਹੈ ਪਰਮਾਨੈਂਟ ਸੋਲੂਸ਼ਨ ਹੈ ਤਾਂ ਉਹ ਹੈ ਕੀ। ਸੋ ਇਦਾਂ ਦੇ ਸਵਾਲ ਲੈ ਕੇ ਬਹੁਤ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਡਾਕਟਰ ਓਸ ਕੋਲ, ਤੇ ਡਾਕਟਰ ਓਸ ਕੋਲ ਅਸੀਂ ਸਵਾਲ ਜਵਾਬ ਕਰਾਂਗੇ ਤੇ ਉਹ ਤੁਹਾਨੂੰ ਤੁਹਾਡੇ ਸਾਰੇ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਦਾ ਸੋਲੂਸ਼ਨ ਦੱਸਾਂਗੇ। ਸਰ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਂਝ ਟੀਵੀ 'ਚ। ਧੰਨਵਾਦ ਜੀ, ਧੰਨਵਾਦ। ਡਾਕਟਰ ਸਾਹਿਬ, ਜਿੱਦਾਂ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਸਮੇਂ ਤੋਂ ਪਹਿਲਾਂ ਹੀ ਵਾਲ ਝੜ ਜਾਂਦੇ ਆ ਤਾਂ ਉਹਦੇ ਨਾਲ ਜਿਹੜੀ ਆ ਲੋਕਾਂ ਦੀ ਜਿਹੜੀ ਆ ਬਿਊਟੀ ਆ, ਕਹਿ ਲਓ ਸੁੰਦਰਤਾ ਹੈ, ਉਹਦੇ ਵਿੱਚ ਕਾਫੀ ਜਿਹੜਾ ਆ ਡਾਊਨ ਹੋ ਜਾਂਦੀ ਉਹਨਾਂ ਦੀ ਬਿਊਟੀ, ਤੇ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਹੈ?
ਪਹਿਲੀ ਗੱਲ ਤੇ ਜਿਹੜੇ ਬਾਲ ਝੜਦੇ ਨੇ, ਸਾਡਾ ਪਰਿਆਵਰਣ, ਸਾਡਾ ਪੋਲਿਊਸ਼ਨ, ਸਾਡਾ ਖਾਣ ਪਾਣ ਦਾ ਤਰੀਕਾ ਇਦਾਂ ਦਾ ਹੈਗਾ ਕਿ ਬਾਲ ਨੈਚੁਰਲ ਹੋ ਗਏ ਆ ਝੜਨੇ। ਫਿਰ ਅਸੀਂ ਕਾਸਮੈਟਿਕਸ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਗਏ ਹਾਂ, ਉਹਦੇ ਕਾਰਨ ਇਹ ਪ੍ਰੋਬਲਮ ਹੋ ਗਈ ਹੈ। ਹਾਂ, ਸੋਲਿਊਸ਼ਨ ਜਿੱਦਾਂ ਹੀ ਪ੍ਰੋਬਲਮ ਆਉਂਦੀ ਨੈਚੁਰਲੀ ਸਾਰੇ ਸੋਲਿਊਸ਼ਨ ਵੀ ਬਣਦੇ ਆ ਨਾਲ ਦੀ ਨਾਲ। ਤੇ ਜਨਰਲੀ ਕੁਝ ਕਰੀਮਸ, ਕੁਝ ਐਂਟੀਆਕਸੀਡੈਂਟਸ, ਟੈਬਲੇਟਸ, ਕੈਪਸੂਲਸ ਵਗੈਰਾ ਇਦਾਂ ਦੇ ਆਉਂਦੇ ਨੇ। ਅਗਰ ਹਲਕਾ ਜਿਹਾ ਹਲੇ ਝੜਨਾ ਸ਼ੁਰੂ ਹੋਇਆ ਹੈ ਜਾਂ ਸਟਾਰਟਿੰਗ ਪ੍ਰੋਸੈਸ ਹੈ ਤੇ ਇਹਨਾਂ ਨਾਲ ਯੂਜ਼ ਕਰਕੇ ਜਿਹੜਾ ਹੈਗਾ ਤਾਕਤ ਵਾਲਾਂ ਨੂੰ ਦਿੱਤੀ ਜਾਂਦੀ ਹੈ, ਜਿਹਦੇ ਕਰਕੇ ਝੜਨਾ ਬੰਦ ਹੋ ਜਾਂਦੇ ਨੇ। ਤੇ ਜੇ ਗੱਲ ਕਰੀਏ ਕਿ ਗੰਜਾਪਨ ਜਿਹੜਾ ਆ ਅੱਜ ਕੱਲ੍ਹ ਜਿਹੜੀ ਜ਼ਿਆਦਾ ਸਮੱਸਿਆ ਜੈਂਟਸ ਵਿੱਚ ਪਾਈ ਜਾਂਦੀ ਆ, ਤਾਂ ਉਹਦਾ ਕੀ ਸੋਲਿਊਸ਼ਨ ਹੈ? ਉਹ ਵੀ ਪਰਮਾਨੈਂਟ, ਕਿ ਉਹਨਾਂ ਨੂੰ ਬਾਰ-ਬਾਰ ਕੋਈ ਤਕਲੀਫ ਨਾ ਹੋਵੇ, ਕੋਈ ਪ੍ਰੋਬਲਮ ਨਾ ਹੋਵੇ, ਇੱਕੋ ਵਾਰ ਉਹਨਾਂ ਦਾ ਇਲਾਜ ਕੋਈ ਹੋ ਜਾਵੇ ਤੇ ਉਹਨਾਂ ਦੇ ਵਾਲ ਵੀ ਮਤਲਬ ਵਧੀਆ ਹੇਅਰ ਸਟਾਈਲ ਵੀ ਬਣਾ ਸਕਣ, ਐਦਾਂ ਦਾ ਕੀ ਕੋਈ ਹੈਗਾ ਕੋਈ? ਹਾਂਜੀ, ਅੱਜ ਕੱਲ੍ਹ ਜਿਹੜਾ ਲੇਟੈਸਟ ਆਇਆ ਹੋਇਆ ਲੇਜ਼ਰ ਦੁਆਰਾ ਹੇਅਰ ਟ੍ਰਾਂਸਪਲਾਂਟ ਆਇਆ ਹੋਇਆ, ਜਿਹੜੀ ਪ੍ਰਵਿਧੀ ਲੇਟੈਸਟ ਹੈਗੀ ਹੈ। ਅਗਰ ਤੇ ਬਾਲ ਪੂਰੀ ਗੰਜ ਹੋ ਗਈ ਹੈ ਤੇ ਹੇਅਰ ਟ੍ਰਾਂਸਪਲਾਂਟ ਬੈਸਟ ਸੋਲਿਊਸ਼ਨ ਹੈਗਾ, ਕਿਉਂ ਇਹਦੇ 'ਚ ਉਹਨਾਂ ਦੇ ਆਪਣੇ ਹੀ ਬਾਲ, ਕਿੱਥੋਂ ਬਾਹਰੋਂ ਬਾਲ ਨਹੀਂ ਲੈਣੇ ਪੈਂਦੇ, ਆਪਣੇ ਹੀ ਬਾਲ ਲੈ ਕੇ ਉਹਨਾਂ ਨੂੰ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਵਿਦਿਨ 3 to 6 ਮੰਥਸ ਉਹ ਬਾਲ ਉਗ ਜਾਂਦੇ ਨੇ। ਥੋੜ੍ਹਾ ਜਿਹਾ ਇਹਦੇ 'ਚ ਜ਼ਿਆਦਾ ਦੁੱਖ ਦਾ ਨਹੀਂ ਪ੍ਰੋਸੀਜਰ, ਦੁੱਖ ਵਾਲਾ ਪ੍ਰੋਸੀਜਰ ਨਹੀਂ ਹੈ। ਹਾਂ, 4-5 ਘੰਟੇ ਜ਼ਰੂਰ ਲੱਗ ਜਾਂਦੇ ਨੇ, ਪਰ ਇੱਕ ਵਾਰੀ ਬਾਲ ਟ੍ਰਾਂਸਪਲਾਂਟ ਹੋ ਗਏ ਉਸ ਤੋਂ ਥੋੜ੍ਹੀ ਕੇਅਰ ਜ਼ਰੂਰ ਕਰਨੀ ਪੈਂਦੀ ਹੈਗੀ ਹੈ ਬਾਲਾਂ ਦੀ, ਤਾਂ ਕਿ ਬਾਲ ਉਗਣ ਔਰ ਬਾਲ ਫੇਰ ਨਾ ਉਖੜਨ। ਇਹ ਇੱਕ ਤਰ੍ਹਾਂ ਦਾ ਪਰਮਾਨੈਂਟ ਹੇਅਰ ਸੋਲਿਊਸ਼ਨ ਹੈ ਹੇਅਰ ਟ੍ਰਾਂਸਪਲਾਂਟ ਦਾ। ਓਕੇ, ਤੇ ਸਰ ਜੇ ਗੱਲ ਕਰੀਏ ਕਿ ਜਿੱਦਾਂ ਹੁਣ ਕਈਆਂ ਦੇ ਬੜੀ ਥੋੜੀ ਜਗ੍ਹਾ ਹੁੰਦੀ ਆ ਕਿ ਜਿੱਥੇ ਵਾਲ ਝੜੇ ਹੁੰਦੇ, ਬਟ ਕਈਆਂ ਦੇ ਬਹੁਤ ਜ਼ਿਆਦਾ ਜਗ੍ਹਾ ਹੁੰਦੀ ਆ, ਸੋ ਇੱਕੋ ਸਿਟਿੰਗ ਵਿੱਚ ਜਿਹੜੇ ਆ ਆਪਾਂ ਹੇਅਰਸ ਜਿਹੜੇ ਆ ਉਹ ਲਗਾ ਦਿੰਦੇ ਆ ਜਾਂ ਫਿਰ ਹੋਰ ਸਿਟਿੰਗ ਵੀ ਲੱਗਦੀ ਆ? ਇਸ ਵਿੱਚ ਇੱਦਾਂ ਹੈਗਾ, ਜਿਨ੍ਹਾਂ ਦੇ ਤੇ ਬਾਲ ਸਿਰਫ ਸੈਂਟਰ 'ਚੋਂ ਝੜੇ ਹੁੰਦੇ ਹੈਗੇ ਉਹ ਤੇ ਸਾਰਾ ਇੱਕ ਸਿਟਿੰਗ 'ਚ ਕਵਰ ਹੋ ਜਾਂਦਾ ਹੈਗਾ, ਪਰ ਕਿਸੇ ਦੇ ਹੁੰਦੇ ਥੱਲੇ ਤੱਕ ਪਿਛਲੇ ਆਪਣੇ ਗੰਜ ਹੋਈ ਹੁੰਦੀ ਹੈਗੀ ਹੈ, ਉਹਨਾਂ ਨੂੰ 2 ਸਿਟਿੰਗਸ ਲੱਗ ਜਾਂਦੀਆਂ। ਪਰ ਅੱਜ ਕੱਲ੍ਹ ਪ੍ਰਵਿਧੀਆਂ ਇੱਦਾਂ ਦੀਆਂ ਆ ਗਈਆਂ, ਲੇਟੈਸਟ ਟੈਕਨੀਕ ਇੱਦਾਂ ਦੀ ਆ ਗਈ ਹੈਗੀ ਹੈ ਕਿ ਜਨਰਲੀ ਇੱਕ ਸਿਟਿੰਗ ਵਿੱਚ 4-5 ਘੰਟੇ ਦੀ ਸਿਟਿੰਗ ਵਿੱਚ ਅਸੀਂ ਇਹ ਕੰਮ ਫਿਨਿਸ਼ ਕਰ ਦਈਦਾ ਹੈਗਾ ਜੀ। ਤੇ ਜੇ ਗੱਲ ਕਰੀਏ ਪੇਨ ਦੀ, ਤਾਂ ਸਾਰੇ ਜਾਣਦੇ ਆ ਕਿ ਹੇਅਰ ਟ੍ਰਾਂਸਪਲਾਂਟ ਕਿੱਦਾਂ ਹੁੰਦਾ ਆ, ਤੇ ਉਹ ਜਿਹੜੇ ਪੇਨ ਜਿਹੜੀ ਹੁੰਦੀ ਆ ਉਹਨਾਂ ਤੋਂ ਕਾਫੀ ਡਰਦੇ ਵੀ ਆ ਲੋਕ, ਸ਼ਾਇਦ ਇਹਦੇ ਲਈ ਇਲਾਜ ਵੀ ਨਹੀਂ ਉਹ ਕਰਵਾਉਣਾ ਚਾਹੁੰਦੇ ਪਰਮਾਨੈਂਟ। ਤਾਂ ਉਹ ਤਾਂ ਤੁਸੀਂ ਮਾੜਾ ਜਿਹਾ ਦੱਸ ਦਿਓ ਸਾਡੇ ਦਰਸ਼ਕਾਂ ਨੂੰ, ਕਿਉਂਕਿ ਜ਼ਿਆਦਾਤਰ ਇਹਦਾ ਖੌਫ ਹੁੰਦਾ ਉਹਨਾਂ ਦੇ ਵਿੱਚ ਕਿ ਪੇਨ ਜ਼ਿਆਦਾ ਹੁੰਦੀ ਆ, ਉਹਦੇ ਬਾਰੇ ਜ਼ਰੂਰ ਦੱਸਿਓ। ਇੱਦਾਂ ਹੈਗਾ, ਪੇਨ ਤੇ ਲਾਜ਼ਮੀ ਹੋਏਗੀ, ਜਿੱਥੇ ਪੇਨ ਲੱਗੇਗੀ, ਜਦ ਪਹਿਲਾਂ ਬਾਲ ਕੱਢਾਂਗੇ ਫਿਰ ਬਾਲ ਲਾਵਾਂਗੇ, ਪੇਨ ਹੋਣੀ ਹੈ। ਪਰ ਉਹਦੇ ਲਈ ਕੀ ਹੈਗਾ, ਅੱਜ ਕੱਲ੍ਹ ਸੇਫ ਹੋ ਗਿਆ ਪ੍ਰੋਸੀਜਰ, ਅਸੀਂ ਪ੍ਰੀ ਮੈਡੀਕੇਸ਼ਨ ਕਰ ਦੇਈਦੀ ਹੈ। ਕਿ ਪ੍ਰੀ ਮੈਡੀਕੇਸ਼ਨ ਮਤਲਬ ਪਹਿਲਾਂ ਇੰਜੈਕਸ਼ਨ ਵਗੈਰਾ ਦੇ ਦੇਈਦਾ ਪੇਨ ਦਾ, ਉਹਦੇ ਨਾਲ ਪੇਨ ਕਾਫੀ ਮਾਤਰਾ 'ਚ 90% ਘੱਟ ਜਾਂਦੀ ਹੈਗੀ ਹੈ। ਹਾਂ, ਥੋੜ੍ਹੀ ਜਿਹੀ ਫੀਲਿੰਗ ਜ਼ਰੂਰ ਹੁੰਦੀ ਹੈ ਵੀ ਕੋਈ ਪ੍ਰੋਸੀਜਰ ਹੋ ਰਿਹਾ ਹੈਗਾ, ਇਹ ਮਸਟ ਹੈਗਾ, ਕਿਉਂਕਿ ਇਹਦੇ ਬਗੈਰ ਪੂਰੀ 100% ਪੇਨ ਨਹੀਂ ਗਾਇਬ ਹੁੰਦੀ ਹੈਗੀ ਹੈ। ਨਾਲ ਅਸੀਂ ਟੌਪੀਕਲ ਆਇੰਟਮੈਂਟ ਮਤਲਬ ਉੱਪਰ ਦਵਾਈ ਲਾ ਦਈਦੀ ਹੈ, ਉਹਦੇ ਨਾਲ ਹੋਰ ਪੇਨ ਘੱਟ ਜਾਂਦੀ ਹੈਗੀ, ਪਰ ਫੀਲਿੰਗ ਜ਼ਰੂਰ ਰਹਿੰਦੀ ਹੈਗੀ ਹੈ। ਜੀ, ਤੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਇਹ ਸਾਰਾ ਪ੍ਰੋਸੀਜਰ ਹੋ ਜਾਂਦਾ ਆ, ਉਹਦੇ ਬਾਅਦ ਵਿੱਚ ਵੀ ਉਹਨਾਂ ਨੂੰ ਕਾਫੀ ਇਨਸਟਰਕਸ਼ਨਸ ਜਿਹੜੀਆਂ ਆ ਫੋਲੋ ਕਰਨੀਆਂ ਪੈਂਦੀਆਂ, ਉਹ ਕੀ ਇਨਸਟਰਕਸ਼ਨਸ ਹੁੰਦੀਆਂ ਨੇ? ਇੱਦਾਂ ਹੈਗਾ, ਪਹਿਲੀ ਗੱਲ ਤੇ ਉਹਨਾਂ ਨੂੰ 1-2 ਹਫ਼ਤੇ ਤੇ ਥੋੜ੍ਹਾ ਜਿਹਾ ਫੇਸ ਦੇ ਉੱਪਰ ਐਡੀਮਾ ਹੋ ਜਾਂਦਾ, ਸੋਜਿਸ਼ ਆ ਜਾਂਦੀ ਹੈਗੀ ਹੈ ਫੇਸ਼ੀਅਲ, ਪਰ ਉਹ ਹੌਲੀ ਟਾਈਮ ਨਾਲ ਚੱਲ ਜਾਂਦੀ ਹੈਗੀ ਹੈ। 1-2 ਆਇੰਟਮੈਂਟਸ ਹੈਗੀਆਂ ਜਿਹੜੀਆਂ ਉਹਨਾਂ ਨੂੰ ਲਾਣੀਆਂ ਪੈਣੀਆਂ 3 to 6 ਮੰਥਸ ਤੱਕ। ਨਾਲ ਹੀ 2-3 ਟੈਬਲੇਟਸ ਹੈਗੀਆਂ ਜਿਹੜੀਆਂ ਖਾਣੀ ਪੈਂਦੀ। ਟੈਬਲੇਟ ਇੱਕ ਹੀ ਤਰ੍ਹਾਂ ਦੀ ਹੁੰਦੀ, ਜਨਰਲੀ ਇਹ ਐਂਟੀਆਕਸੀਡੈਂਟਸ ਹੈ ਔਰ ਨਿਊਟਰਾਸੂਟੀਕਲਸ ਨੇ ਜਿਹੜੇ ਬਾਲਾਂ ਨੂੰ ਜਲਦੀ ਉਗਣ 'ਚ ਹੈਲਪ ਕਰਦੇ ਨੇ। ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਰਨਾ ਪੈਂਦਾ ਜੀ। ਤੇ ਜੇ ਹੁਣ ਗੱਲ ਕਰੀਏ ਅਸੀਂ ਲੇਡੀਜ਼ ਦੀ, ਤਾਂ ਲੇਡੀਜ਼ ਜਿਹੜੀਆਂ ਆ ਉਹ ਵੀ ਕਾਫੀ ਜਿਹੜੀ ਫੇਸ ਕਰਦੀਆਂ ਪਈਆਂ ਆ ਪ੍ਰੋਬਲਮ, ਜਿਹੜੇ ਅਣਚਾਹੇ ਵਾਲ ਆ, ਤੇ ਉਹਦੇ ਕਰਕੇ ਉਹਨਾਂ ਨੂੰ ਬਹੁਤ ਕੁਝ ਕਰਵਾਉਣਾ ਵੀ ਪੈਂਦਾ ਟ੍ਰੀਟਮੈਂਟ, ਬਟ ਪਰਮਾਨੈਂਟ ਨਹੀਂ ਕੋਈ ਵੀ ਹੈਗਾ। ਸੋ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਲੇਡੀਜ਼ ਜਿਹੜੀ ਆ ਉਹਨਾਂ ਦੀ ਪ੍ਰੋਬਲਮ ਦਾ ਕੋਈ ਪਰਮਾਨੈਂਟ ਸੋਲੂਸ਼ਨ ਹੈ? ਹਾਂਜੀ, ਇੱਦਾਂ ਹੈਗਾ, ਅੱਜ ਕੱਲ੍ਹ ਡਾਇਓਡ ਲੇਜ਼ਰ ਆਏ ਹੋਏ, 2-3 ਤਰ੍ਹਾਂ ਦੇ ਲੇਜ਼ਰਸ ਨੇ ਜਿਹੜੇ ਅਣਚਾਹੇ ਵਾਲ ਉਡਾ ਦਿੰਦੇ ਨੇ, ਤੇ ਡਾਇਓਡ ਲੇਜ਼ਰਸ ਬੈਸਟ ਸਾਬਿਤ ਹੋਏ ਆ ਪਿਛਲੇ 5-10 ਸਾਲਾਂ ਵਿੱਚ ਮਾਰਕੀਟ ਵਿੱਚ। ਤੇ ਡਾਇਓਡ ਲੇਜ਼ਰਸ ਦਾ ਕੰਮ ਇਹ ਹੁੰਦਾ ਹੈਗਾ ਵੀ ਸਿਰਫ ਇੱਕੋ ਹੀ ਪ੍ਰੋਬਲਮ ਹੈ ਇਹਦੇ 'ਚ ਵੀ ਤੁਹਾਨੂੰ 2-3-4 ਸਿਟਿੰਗਸ ਲਾਣੀਆਂ ਪੈ ਸਕਦੀਆਂ ਹੈਗੀਆਂ, ਕਿਉਂਕਿ ਹਰ ਸਿਟਿੰਗ 'ਚ ਇਹਨੂੰ ਪਰਮਾਨੈਂਟ ਰਿਮੂਵਲ ਆਫ ਹੇਅਰ ਬੜਾ ਭੁਲੇਖਾ ਪੈਂਦਾ ਸਾਨੂੰ ਜਦ ਅਸੀਂ ਕਹਿੰਦੇ ਕਿ ਪਰਮਾਨੈਂਟ ਰਿਮੂਵਲ ਨਹੀਂ ਹੁੰਦਾ ਹੈ, ਰਿਡਕਸ਼ਨ ਕਹਿੰਦੇ ਅਸੀਂ, ਹੇਅਰ ਰਿਡਕਸ਼ਨ ਮਤਲਬ ਹੌਲੀ ਜਾ ਕੇ ਵਿਦਿਨ 4-5 ਸਿਟਿੰਗਸ ਆਫਟਰ ਐਵਰੀ 1 or 2 ਮੰਥਸ 4-5 ਸਿਟਿੰਗਸ 'ਚ ਜਾ ਕੇ ਫਿਰ ਰਿਡਿਊਸ ਹੋ ਜਾਂਦੇ ਬਾਲ, ਮਤਲਬ ਫਿਰ ਉਸ ਤੋਂ ਬਾਅਦ ਆਉਂਦੇ ਨਹੀਂ ਜਨਰਲੀ। ਹੋ ਸਕਦਾ ਵਿੱਚ ਇੱਕ ਅੱਧੀ ਵਾਰੀ ਹੋਰ ਸਿਟਿੰਗ ਲਾਣੀ ਪਏ, ਬਟ ਜਨਰਲੀ 5-6 ਸਿਟਿੰਗਸ ਨਾਲ ਹੋ ਜਾਂਦਾ ਹੈਗਾ, ਫਿਰ ਦੁਬਾਰਾ ਨਹੀਂ ਆਉਂਦੇ। ਜੇ ਗੱਲ ਕੀਤੀ ਜਾਵੇ ਕਿ ਪ੍ਰੋਸੀਜਰ ਕੀ ਹੁੰਦਾ ਹੈ ਅਣਚਾਹੇ ਵਾਲਾਂ ਦਾ, ਜਦੋਂ ਟ੍ਰੀਟਮੈਂਟ ਸ਼ੁਰੂ ਹੁੰਦਾ ਆ ਤਾਂ ਕਿੱਦਾਂ ਸ਼ੁਰੂਆਤ ਹੁੰਦੀ ਆ ਤੇ ਫਿਰ ਕਿੱਦਾਂ ਐਂਡ ਹੁੰਦਾ ਹੈ? ਇੱਦਾਂ ਹੁੰਦਾ, ਅਣਚਾਹੇ ਵਾਲਾਂ ਲਈ ਪਹਿਲਾਂ ਤੇ ਅਸੀਂ ਲੇਡੀਜ਼ ਦੇ ਹਾਰਮੋਨ ਦੇ ਟੈਸਟ ਕਰੀਦੇ, ਕਿਉਂਕਿ ਅਣਚਾਹੇ ਵਾਲ ਆਉਂਦੇ ਕਿੱਥੋਂ ਆ। ਸਿਰਫ ਵਾਲ ਕੱਢ ਦਿਆਂਗੇ ਤੇ ਉਹਦੇ ਨਾਲ ਟ੍ਰੀਟਮੈਂਟ ਨਹੀਂ ਹੋਣੀ ਹੈਗੀ, ਪਹਿਲਾਂ ਉਹਦਾ ਕਾਰਨ ਲੱਭਣਾ ਪੈਣਾ। ਕਾਰਨ ਲੱਭੀਦਾ ਵੀ ਵਾਲ ਕਿਹੜੀ ਜਗ੍ਹਾ ਤੋਂ ਕਿਹੜਾ ਹਾਰਮੋਨ ਵੱਧਦਾ ਜਾਂ ਘੱਟ ਹੈਗਾ ਲੇਡੀਜ਼ ਵਿੱਚ। ਬਲੱਡ ਟੈਸਟ ਹੁੰਦੇ ਆ, ਪਹਿਲਾਂ ਤੇ ਉਹ ਹਾਰਮੋਨ ਦੀ ਪੂਰਤੀ ਕਰੀਦੀ ਹੈ ਜਾਂ ਉਹਨੂੰ ਘਟਾਈਦਾ ਹੈਗਾ, ਤਾਂ ਕਿ ਆਪਣੇ ਆਪ ਕੁਦਰਤੀ ਵੀ ਘਟਣ ਵਾਲ। ਕਈਆਂ ਦੇ ਤੇ ਮਸ਼ੀਨ ਲੇਜ਼ਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਕਈਆਂ ਦਾ ਵੈਸੇ ਹੀ ਘਟ ਜਾਂਦਾ ਹੈਗਾ, ਪਰ ਜਨਰਲੀ ਕੀ ਹੁੰਦਾ ਹੈਗਾ, ਇਹ ਕਰਕੇ ਵਿਦਿਨ 15 days 20 days ਅਸੀਂ ਪਹਿਲੀ
ਸਿਟਿੰਗ ਲਾਈ ਦੀ ਹੈ ਲੇਜ਼ਰ ਦੀ, ਡਾਇਓਡ ਲੇਜ਼ਰ ਦੀ ਜਿਹੜੀ ਹੈਗੀ ਆ ਅੱਜ ਕੱਲ੍ਹ ਆਧੁਨਿਕ 808 ਵਾਲੀ ਆਈ ਹੋਈ ਹੈ, ਬਹੁਤ ਫਸਟ ਕਲਾਸ ਲੇਜ਼ਰ ਹੈ, ਕੋਈ ਦਰਦ ਨਹੀਂ ਹੁੰਦਾ। ਸਿਟਿੰਗ ਵੀ 15-20 ਮਿੰਟ ਦੀ ਹੁੰਦੀ ਹੈ ਸਾਰੀ। ਪਹਿਲੀ ਸਿਟਿੰਗ ਤੋਂ ਬਾਅਦ ਫਿਰ ਉਹਨੂੰ ਉਦੋਂ ਬੁਲਾਈਦਾ ਪੇਸ਼ੈਂਟ ਨੂੰ ਜਦ ਬਾਲ ਫਿਰ ਦੁਬਾਰਾ ਆਉਣੇ ਸ਼ੁਰੂ ਕਰਨ, ਫਿਰ ਦੁਬਾਰਾ ਸਿਟਿੰਗ ਲਾਈਦੀ। ਇੱਦਾਂ ਕਰਕੇ ਜਦ ਤੱਕ ਬਾਲ ਆਉਣਗੇ 4-5 ਸਿਟਿੰਗਸ ਵਿੱਚ, ਉਦੋਂ ਤੱਕ ਉਹਨਾਂ ਨੂੰ ਬੁਲਾਈਦਾ ਹੈਗਾ। ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਉਣ ਦੀ ਜ਼ਰੂਰਤ ਨਹੀਂ ਪੈਂਦੀ। ਉਹਦੇ ਬਾਅਦ ਵਿੱਚ ਫਿਰ ਦੁਬਾਰਾ ਬਾਲ ਨਹੀਂ ਆਉਂਦੇ? ਫਿਰ ਦੁਬਾਰਾ ਮੈਕਸਿਮਮ ਨੰਬਰ ਆਫ ਟਾਈਮਸ ਨਹੀਂ ਆਉਂਦੇ ਹੈਗੇ। ਹੁਣ ਇੱਕਾ ਦੁੱਕਾ ਸਿਚੁਏਸ਼ਨ 'ਚ ਆ ਵੀ ਜਾਣ ਤੇ ਇੱਕ ਅੱਧੀ ਸਿਟਿੰਗ ਅਗਲੇ ਨੈਕਸਟ 1 ਈਅਰ 'ਚ ਇੱਕ ਅੱਧੀ ਸਿਟਿੰਗ ਲਵਾ ਲੈਣ ਤੇ ਉਹਨਾਂ ਨਾਲ ਕੰਮ ਚੱਲ ਜਾਏਗਾ। ਓਕੇ, ਤੇ ਕਿੰਨਾ ਡਿਸਟੈਂਸ ਹੁੰਦਾ ਆ ਫਸਟ ਸਿਟਿੰਗ ਤੇ ਸੈਕੰਡ ਸਿਟਿੰਗ? ਫਸਟ 1 to 2 ਮੰਥਸ, ਜਦ ਤੱਕ ਤੁਹਾਡੇ ਬਾਲ ਆਉਂਦੇ ਹੈਗੇ ਦੁਬਾਰਾ ਜੜੇਗੇ, 1 ਤੋਂ 2 ਮਹੀਨੇ ਤੱਕ ਸਿਟਿੰਗਸ। ਤੇ ਜੇ ਗੱਲ ਕਰੀਏ ਉਹਦੇ ਬਾਅਦ ਵਿੱਚ ਉਹਨਾਂ ਨੂੰ ਕੀ ਪ੍ਰੀਕਾਸ਼ਨਸ ਜਿਹੜੀਆਂ ਹੈ ਵਰਤਣੀਆਂ ਪੈਂਦੀਆਂ? ਜਨਰਲੀ ਇਸ ਤੋਂ ਬਾਅਦ ਕੁਝ ਕਰੀਮਸ ਦਿੱਤੀਆਂ ਜਾਂਦੀਆਂ ਨੇ ਜਿਹੜੇ ਬਾਲ ਨਾ ਆਉਣ ਲਈ ਜਿਹੜਾ ਹੈਗਾ। ਸੈਕੰਡਲੀ ਕੁਝ ਟੈਬਲੇਟਸ ਹੁੰਦੀਆਂ ਨੇ ਹਾਰਮੋਨਸ ਨੂੰ ਬੈਲੈਂਸ ਕਰਨ ਲਈ, ਉਹ ਦਿੱਤੀਆਂ ਜਾਂਦੀਆਂ ਨੇ। ਤੇ ਆਪਣੇ ਆਪ ਨੂੰ ਥੋੜਾ ਜਿਹਾ ਸਨ ਤੋਂ ਬਚਾ ਕੇ ਰੱਖਣਾ ਪੈਂਦਾ, ਸੂਰਜ ਤੋਂ ਬਚਾ ਕੇ ਰੱਖਣਾ ਪੈਂਦਾ ਹੈਗਾ। ਉਹਦੇ ਲਈ ਸਨਸਕ੍ਰੀਨਸ ਵਗੈਰਾ ਹੈਗੀਆਂ, ਉਹ ਕੋਈ ਵੱਡੀ ਗੱਲ ਨਹੀਂ ਅੱਜ ਕੱਲ੍ਹ ਸਭ ਕੁਝ। ਤੇ ਜੇ ਗੱਲ ਕਰੀਏ ਕਿ ਜਿੱਦਾਂ ਹੁਣ ਕਾਸਮੈਟਿਕ ਸਮਾਨ ਕਾਫੀ ਯੂਜ਼ ਕੀਤਾ ਜਾਂਦਾ ਆ, ਤਾਂ ਉਹਦੇ ਬਾਅਦ ਵਿੱਚ ਟ੍ਰੀਟਮੈਂਟ ਤੋਂ ਬਾਅਦ ਕਰ ਸਕਦੇ ਆ? ਹਾਂਜੀ, ਟ੍ਰੀਟਮੈਂਟ ਤੋਂ ਬਾਅਦ ਇਦਾਂ ਹੈ, ਪਹਿਲਾਂ 1-2 ਮੰਥ ਥੋੜਾ ਪਰਹੇਜ਼ ਕਰਨਾ ਪੈਂਦਾ। ਅਸੀਂ ਮੈਡੀਕੇਟਡ ਕਰੀਮਸ ਦਿੰਦੇ ਹਾਂ, ਜਿਹੜੀਆਂ ਮੈਡੀਸਨ ਵਾਲੀਆਂ ਕਰੀਮ ਹੁੰਦੀਆਂ ਹੈਗੀਆਂ, ਉਹ ਯੂਜ਼ ਕਰ ਸਕਦੇ ਨੇ। ਉਸ ਤੋਂ ਬਾਅਦ ਆਪਣਾ ਕਾਸਮੈਟਿਕ ਸਮਾਨ ਵਗੈਰਾ ਯੂਜ਼ ਕਰ ਸਕਦੇ ਨੇ, ਕੋਈ ਇਦਾਂ ਦੀ ਗੱਲ ਨਹੀਂ ਜੀ। ਤੇ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣਾ ਇਸ ਟਰਬਲਡ ਸਮੇਂ ਵਿੱਚ ਕਰੋਨਾ ਦੇ ਟਾਈਮਸ ਨੇ ਆਪਣਾ ਖਾਣ ਪਾਨ ਤੇ ਧਿਆਨ ਰੱਖਣ ਔਰ ਸੇਫ ਰਹਿਣ। ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਤਵੱਜਾ ਨੂੰ, ਤੁਹਾਡੇ ਬਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਫਾਸਟ ਫੂਡਸ ਹੋ ਗਏ ਜਾਂ ਪਰਿਆਵਰਣ ਦੀ, ਉਹਨਾਂ ਤੋਂ ਆਪਣੇ ਆਪ ਨੂੰ ਸੇਫ ਰੱਖ ਕੇ ਚੱਲੋ। ਇਹ ਪ੍ਰੋਬਲਮ ਹੀ ਨਹੀਂ ਆਏਗੀ, ਪਰ ਅਗਰ ਪ੍ਰੋਬਲਮ ਆਏਗੀ ਤਾਂ ਅਸੀਂ ਹੈਗੇ ਹਾਂ ਇੱਥੇ। ਸੋ ਅਸੀਂ ਹੁਣੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਉਹਨਾਂ ਨੇ ਬਹੁਤ ਸਾਰੇ ਜਿਹੜੀਆਂ ਸਾਨੂੰ ਪ੍ਰੋਬਲਮਸ ਜਿਹੜੇ ਉਹਨਾਂ ਦੇ ਸੋਲੂਸ਼ਨ ਦੱਸੇ ਨੇ। ਤੇ ਆਈ ਹੋਪ ਤੁਹਾਡੇ ਕਾਫੀ ਜਿਹੜੀਆਂ ਸਵਾਲ ਸੀਗੇ ਮਨ ਦੇ ਵਿੱਚ ਉਹ ਦੂਰ ਹੋ ਗਏ ਹੋਣਗੇ। ਤੇ ਜ਼ਿਆਦਾ ਹੋਰ ਵੀ ਜੇ ਅਗਰ ਕੋਈ ਸਵਾਲ ਮੇਰੇ ਤੋਂ ਨਹੀਂ ਪੁੱਛਿਆ ਗਿਆ, ਤੁਸੀਂ ਫਿਰ ਵੀ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਥੇ ਵਿਜ਼ਿਟ ਕਰਨਾ ਪਏਗਾ। ਤੇ ਡਾਕਟਰ ਓਜ਼ ਐਸਥੈਟਿਕ ਹੇਅਰ ਐਂਡ ਸਕਿਨ ਕੇਅਰ, ਫਗਵਾੜਾ, ਹਰਗੋਬਿੰਦ ਨਗਰ। ਤੇ ਜਲਦੀ ਹੀ ਤੇ ਵਿਜ਼ਿਟ ਕਰੋ। ਆਪਣੇ ਜਿਹੜੀ ਅਗਰ ਤੁਸੀਂ ਕੋਈ ਇਦਾਂ ਦੀ ਪ੍ਰੋਬਲਮ ਫੇਸ ਕਰ ਰਹੇ ਆ, ਤਾਂ ਤੁਸੀਂ ਇੱਥੇ ਆ ਕੇ ਉਹਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਆ ਉਹ ਤੁਹਾਨੂੰ ਮਿਲ ਸਕਦਾ ਆ। ਸੋ ਜ਼ਿਆਦਾ ਦੇਰ ਨਾ ਕਰੋ, ਜਲਦੀ ਜਲਦੀ ਇੱਥੇ ਵਿਜ਼ਿਟ ਕਰੋ। ਔਰ ਇਸ ਦੇ ਨਾਲ ਹੀ ਮੈਨੂੰ ਰੂਪ ਨੂੰ ਦਿਓ ਇਜਾਜ਼ਤ, ਫਿਰ ਅੱਗੇ ਮੁਲਾਕਾਤ ਹੁੰਦੀ ਰਹੇਗੀ। ਧੰਨਵਾਦ।